ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਵਰਨ ਰੂਪ ਵਰਤਹਿ ਸਭ ਤੇਰੇ, ਮਰ ਮਰ ਜੰਮਹਿ ਫੇਰ ਪਵਹਿ ਕਣੇਰੇ। ਵਰਨ ਰੂਪ ਵਰਤਹਿ ਸਭ ਤੇਰੇ, ਮਰ ਮਰ ਜੰਮਹਿ ਫੇਰ ਪਵਹਿ ਕਣੇਰੇ। ਤੂੰ ਏਕੋ ਨਿਚਲ ਅਗਮ ਅਪਾਰਾ, ਗੁਰਮਤੀ ਬੂਝ ਬੁਝਾਵਣਿਆ। ਹਾਂ ਵਾਰੀ ਜਿਉ ਵਾਰੀ, ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨ ਰੇਖਿਆ ਵਰਨ ਨ ਕੋਈ, ਗੁਰਮਤੀ ਆਪ ਬੁਝਾਵਣਿਆ। ਰਹਾਉ ਤਿਸ ਰੂਪ ਨ ਰੇਖਿਆ ਵਰਨ ਨ ਕੋਈ, ਗੁਰਮਤੀ ਆਪ ਬੁਝਾਵਣਿਆ। ਰਹਾਉ ਵਰਨ ਰੂਪ ਵਰਤਹਿ ਸਭ ਤੇਰੇ, ਮਰ ਮਰ ਜੰਮਹਿ ਫੇਰ ਪਵਹਿ ਕਣੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਆ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਸਤਿਗੁਰੂ ਦੀ ਬਾਣੀ ਇੱਕੋ ਦੈਵੀ ਚਾਨਣ ਹੈ, ਇੱਕ ਰੂਹਾਨੀ ਰੋਸ਼ਨੀ ਹੈ, ਜਿਸ ਦੁਆਰਾ ਸਾਨੂੰ ਆਪਣੇ ਅੰਦਰੋਂ ਆਤਮਾ ਅਤੇ ਪ੍ਰਮਾਤਮਾ ਦੇ ਵੀ ਦੀਦਾਰ ਹੋ ਸਕਦੇ ਹਨ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੀ ਮਹਿਮਾ ਬੇਅੰਤ ਲਿਖੀ ਹੈ, ਤੇ ਨਾਲ ਹੀ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਵੀ ਆਖਿਆ ਹੈ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੁ ਸੁਣਹੁ ਪੜ੍ਹਹੁ ਨਿਤ ਭਾਈ। ਗੁਰ ਪੂਰੈ ਤੂੰ ਰਾਖਿਆ। ਹਰ ਗੁਰਸਿੱਖ ਮਾਈ ਭਾਈ ਨੂੰ ਹਜ਼ੂਰ ਨੇ ਬਾਣੀ ਪੜ੍ਹਨ ਦਾ, ਬਾਣੀ ਸੁਣਨ ਦਾ ਤੇ ਬਾਣੀ ਨੂੰ ਗਾਉਣ ਦਾ ਹੁਕਮ ਕੀਤਾ ਹੈ। ਅਤੇ ਨਾਲ ਹੀ ਸਤਿਗੁਰੂ ਨੇ ਇਹ ਵੀ ਆਖਿਆ ਹੈ, ਸਭ ਸੈ ਉਪਰ ਗੁਰ ਸ਼ਬਦ ਵਿਚਾਰ, ਕਥਾ ਕਹਾਣੀਆਂ ਤੇ ਬੇਅੰਤ ਨੇ। ਹਜ਼ੂਰ ਕਹਿੰਦੇ ਨੇ ਸਭ ਤੋਂ ਉੱਤਮ, ਸਭ ਤੋਂ ਸ੍ਰੇਸ਼ਟ ਗੁਰੂ ਸ਼ਬਦ ਦੀ ਵਿਚਾਰ ਹੈ। ਇਸੇ ਨੂੰ ਭਗਤ ਕਬੀਰ ਜੀ ਨੇ ਮੱਖਣ ਲਿਖਿਆ। ਸੰਤਹੁ ਮਾਖਣ ਖਾਇਆ,
ਛਾਛ ਪੀਐ ਸੰਸਾਰ, ਜਿਹੜਾ ਗੁਰਬਾਣੀ ਦਾ ਸਿਧਾਂਤ ਹੈ ਇਹ ਮਾਨੋ ਮੱਖਣ ਹੈ, ਤੇ ਬਾਕੀ ਜਿਹੜੀਆਂ ਹੋਰ ਕਥਾ ਕਹਾਣੀਆਂ ਨੇ ਉਹ ਲੱਸੀ ਵਾਂਗ ਨੇ। ਇਸ ਲਈ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਇਸ ਗੁਰਬਾਣੀ ਦੇ ਤੱਤ ਸਾਰ ਨੂੰ ਸਰਵਣ ਵੀ ਕਰਦੇ ਹਨ ਤੇ ਨਾਲ ਇਸ ਆਤਮਿਕ ਭੋਜਨ ਨੂੰ ਛਕਣ ਦਾ ਵੀ ਯਤਨ ਕਰਦੇ ਹਨ, ਤੇ ਫਿਰ ਉਹਨਾਂ ਦੀ ਆਤਮਾ, ਉਹਨਾਂ ਦੀ ਜ਼ਮੀਰ, ਉਹਨਾਂ ਦੀ ਰੂਹ ਹਮੇਸ਼ਾ ਲਈ ਤ੍ਰਿਪਤ ਤੇ ਸ਼ਾਂਤ ਹੋ ਜਾਂਦੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜੀਉ ਵਾਰੀ, ਰਾਮ ਨਾਮ ਮਨ ਵਸਾਵਣਿਆ, ਤੇ ਸਰੂਪ ਨਾ ਰੇਖਿਆ, ਵਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ। ਰਹਾਉ। ਇਨ੍ਹਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜੀਉ ਵਾਰੀ, ਗੁਰਮੁਖੋ ਐ ਪਿਆਰੇ ਜੀਓ, ਅਸੀਂ ਤਨ ਕਰਕੇ, ਮਨ ਕਰਕੇ, ਬਾਣੀ ਕਰਕੇ ਉਹਨਾਂ ਤੋਂ ਬਲਿਹਾਰ ਜਾਣੇ ਹਾਂ। ਰਾਮ ਨਾਮ ਮਨ ਵਸਾਵਣਿਆ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਨੇ। ਜਪਦੇ ਅਸੀਂ ਸਾਰੇ ਹਾਂ, ਸੁਣਦੇ ਵੀ ਸਾਰੇ ਹਾਂ, ਪਰ ਕਿਸੇ ਕਵੀ ਨੇ ਲਿਖਿਆ ਹੈ, ਮਾਲਾ ਫਿਰਤੀ ਹਾਥ ਮੇਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹ ਭਜਨ ਕਛ ਨਾਹੇ। ਹਜ਼ੂਰ ਕਹਿੰਦੇ ਨੇ ਕੇਵਲ ਮਾਲਾ ਫੇਰ ਕੇ ਵੀ ਗੱਲ ਨਹੀਂ ਬਣਦੀ, ਕੇਵਲ ਤੋਤੇ ਵਾਂਗ ਰਸਨਾ ਤੋਂ ਰਾਮ ਰਾਮ ਕਹਿਣ ਦੇ ਨਾਲ ਵੀ ਗੱਲ ਨਹੀਂ ਬਣਦੀ। ਹਜ਼ੂਰ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਹਾਂ ਜੋ ਰਾਮ ਨਾਮ ਮਨ ਵਸਾਵਣਿਆ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਨੇ, ਤੇ ਸਰੂਪ ਨਾ ਰੇਖਿਆ, ਵਰਨ ਨਾ ਕੋਈ। ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਵੀ ਰੂਪ ਰੰਗ ਨਹੀਂ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ 부ਝਾਏ ਨਾਨਕਾ, ਜਿਸ ਹੋਵੈ ਹੈ ਸੋ ਪ੍ਰਸੰਨ। ਹਜ਼ੂਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਰੂਪ ਆਕਾਰ ਵੀ ਨਹੀਂ ਹੈ, ਕੋਈ ਮਛ ਕਛ ਆਦਿਕ ਰੇਖਾ ਵੀ ਨਹੀਂ ਹੈ, ਤੇ ਵਰਨ ਦਾ ਅਰਥ ਹੈ ਉਸ ਦਾ ਕੋਈ ਵਰਨ, ਖੱਤਰੀ, ਬ੍ਰਾਹਮਣ, ਵੈਸ਼, ਸ਼ੂਦਰ, ਇਹ ਚਾਰ ਵਰਨ ਮੰਨੇ ਹੋਏ ਨੇ, ਉਹਦਾ ਕੋਈ ਵਰਨ ਵੀ ਨਹੀਂ ਹੈ। ਗੁਰਮਤੀ ਆਪ ਬੁਝਾਵਣਿਆ, ਹਾਂ ਗੁਰਮਤਿ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੇ ਅਸਲੀ ਰੂਪ ਨੂੰ ਸਮਝਾਉਣ ਵਾਲਾ ਹੈ। ਜੇ ਅਸੀਂ ਆਪਣੇ ਆਪ ਉਸ ਨਿਰਾਕਾਰ ਨਿਰਗੁਣ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੁਝ ਜਾਣਨਾ ਚਾਹੀਏ ਤਾਂ ਕੁਝ ਵੀ ਸਾਡੇ ਹੱਥ ਪੱਲੇ ਨਹੀਂ ਪੈ ਸਕਦਾ। ਇਹ ਕਿਸੇ ਕਵੀ ਨੇ ਲਿਖਿਆ ਹੈ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਜੇ ਗੁਰੂ ਤੋਂ ਬਿਨਾਂ ਕੋਈ ਅਜਿਹਾ ਕਰਦਾ ਹੈ ਤੇ ਉਹਦੇ ਹੱਥ ਪੱਲੇ ਕੁਝ ਵੀ ਨਹੀਂ ਆਉਂਦਾ, ਬਲਕਿ ਉਹ ਕਾਫਰ ਹੋ ਜਾਂਦਾ ਹੈ, ਨਾਸਤਕ ਬਣ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਕੋਈ ਰੂਪ ਵੀ ਨਹੀਂ ਹੈ, ਕੋਈ ਰੇਖਾ ਵੀ ਨਹੀਂ ਹੈ, ਕੋਈ ਵਰਨ, ਉਸ ਦਾ ਵਰਨ ਆਸ਼ਰਮ ਵੀ ਨਹੀਂ ਹੈ, ਅਥਵਾ ਵਰਨ ਦਾ ਅਰਥ ਰੰਗ ਵੀ ਹੈ, ਕੋਈ ਉਸ ਦਾ ਰੰਗ ਵੀ ਨਹੀਂ ਹੈ। ਗੁਰਮਤੀ ਆਪ ਬੁਝਾਵਣਿਆ, ਹਾਂ ਗੁਰਮਤਿ ਦੁਆਰਾ ਅਕਾਲ ਪੁਰਖ ਵਾਹਿਗੁਰੂ ਉਸ ਆਪਣੇ ਵਾਸਤਵ ਸਰੂਪ ਨੂੰ ਸਮਝਾਉਣ ਵਾਲਾ ਹੈ। ਜਿਸ ਉੱਤੇ ਵਾਹਿਗੁਰੂ ਮਿਹਰਬਾਨ ਹੁੰਦਾ ਹੈ ਉਹਨੂੰ ਗੁਰੂ ਦੀ ਮਤ ਬਖਸ਼ਿਸ਼ ਕਰਕੇ ਤੇ ਆਪਣੇ ਵਾਸਤਵ ਸਰੂਪ ਦੀ ਸੋਝੀ ਕਰਵਾ ਦਿੰਦਾ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ
ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਤੀਜਾ। ਵਰਨ ਰੂਪ ਵਰਤਹਿ ਸਭ ਤੇਰੇ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਭਾਵੇਂ ਤੇਰਾ ਆਪਣਾ ਤੇ ਰੂਪ ਰੰਗ ਕੋਈ ਵੀ ਨਹੀਂ ਹੈ, ਪਰ ਜਿੰਨੇ ਵੀ ਦੁਨੀਆ ਦੇ ਅੰਦਰ ਵਰਨ ਰੂਪ ਹਨ, ਰੰਗ ਰੂਪ ਹਨ, ਉਹ ਸਾਰੇ ਤੇਰੇ ਹੀ ਬਣਾਏ ਹੋਏ ਨੇ ਤੇ ਤੇਰੇ ਹੀ ਪੈਦਾ ਕੀਤੇ ਹੋਏ ਨੇ ਤੇ ਵਰਤੈ ਹੈ ਉਹ ਸਾਰੇ ਸੰਸਾਰ ਦੇ ਵਿੱਚ ਵਰਤ ਰਹੇ ਹਨ। ਮਰ ਮਰ ਜੰਮਹਿ ਫੇਰ ਪਵਹਿ ਕਣੇਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਤਨੇ ਵੀ ਵਰਨ ਰੂਪ ਵਾਲੇ ਜੀਵ ਜੰਤ ਹਨ, ਮਰ ਮਰ ਜੰਮੇ ਹੈ, ਉਹ ਭਾਈ ਮਰ ਮਰ ਕੇ ਜੰਮਦੇ ਹਨ ਤੇ ਫੇਰ ਪਵਹਿ ਕਣੇਰੇ, ਉਹਨਾਂ ਨੂੰ ਬਹੁਤੇ ਫੇਰ ਜੂਨਾਂ ਦੇ 84 ਦੇ ਚੱਕਰ ਲਾਉਣੇ ਪੈਂਦੇ ਨੇ। ਕਿਉਂਕਿ ਜਿਤਨਾ ਵੀ ਨਾਮ ਰੂਪ ਪ੍ਰਪੰਚ ਹੈ, ਜਿਹੜਾ ਵੀ ਜੀਵ ਇਹਦੇ ਵਿੱਚ ਆਇਆ ਹੈ, ਉਹਨੂੰ ਬਾਰ-ਬਾਰ ਆਉਣਾ ਵੀ ਪੈਂਦਾ ਹੈ ਤੇ ਜਾਣਾ ਵੀ ਪੈਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਵੇਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਰੂਪ ਰੰਗ ਕੋਈ ਨਹੀਂ ਹੈ, ਪਰ ਜਿਤਨੇ ਵੀ ਸੰਸਾਰ ਦੇ ਰੰਗ ਰੂਪ ਨੇ, ਉਹ ਸਾਰੇ ਉਹਦੇ ਹੁਕਮ ਦੇ ਵਿੱਚ ਵਰਤ ਰਹੇ ਹਨ। ਔਰ ਜਿਹੜਾ ਵੀ ਨਾਮ ਰੂਪ ਪ੍ਰਪੰਚ ਵਿੱਚ ਆਇਆ ਹੈ ਤੇ ਜਾਂ ਜੀਵ ਆਏ ਨੇ, ਮਰ ਮਰ ਜੰਮੇ ਹੈ, ਉਹ ਮਰ ਮਰ ਕੇ ਜੰਮਦੇ ਨੇ ਤੇ ਉਹਨਾਂ ਨੂੰ 84 ਦੇ ਬਹੁਤੇ ਫੇਰ ਪੈਂਦੇ ਹਨ। ਤੂੰ ਏਕੋ ਨਿਹਚਲ ਅਗਮ ਅਪਾਰਾ, ਗੁਰਮਤੀ ਬੂਝ ਬੁਝਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਇੱਕੋ ਹੀ ਨਿਹਚਲ ਅਚਲ ਰਹਿਣ ਵਾਲਾ ਹੈ ਤੇ ਅਗਮ ਅਪਾਰਾ, ਤੂੰ ਮਨ ਦੀ ਗਮਤਾ ਤੋਂ ਪਰੇ ਤੇ ਅਪਾਰਾ ਪਾਰਾਵਾਰ ਤੋਂ ਵੀ ਰਹਿਤ ਹੈ। ਗੁਰਮਤੀ ਬੂਝ ਬੁਝਾਵਣਿਆ, ਹਾਂ ਜਿਸ ਨੂੰ ਗੁਰਮਤ ਦੀ ਬੂਝ ਦਾ ਅਰਥ ਹੈ ਸੋਝੀ ਤੂੰ ਬਖਸ਼ਿਸ਼ ਕਰ ਦੇਣਾ ਹੈ ਤੇ ਜਿਹੜਾ ਤੇਰਾ ਅਸਲੀ ਰੂਪ ਹੈ ਉਸੇ ਨੂੰ ਬੁਝਾਉਣਾ ਹੈ। ਹਉ ਵਾਰੀ ਜਿਉ ਵਾਰੀ, ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ ਰਹਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਣਾ ਹਾਂ ਜੋ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਰੂਪ ਆਕਾਰ ਨਹੀਂ, ਕੋਈ ਉਹਦੀ ਰੇਖਾ ਵੀ ਨਹੀਂ, ਕੋਈ ਉਸ ਦਾ ਰੰਗ ਰੂਪ ਵੀ ਵਰਨ ਆਸ਼ਰਮ ਵੀ ਨਹੀਂ ਹੈ। ਗੁਰਮਤੀ ਆਪ ਬੁਝਾਵਣਿਆ, ਹਾਂ ਗੁਰਮਤਿ ਦੁਆਰਾ ਉਹ ਵਾਹਿਗੁਰੂ ਆਪਣੇ ਵਾਸਤਵ ਸਰੂਪ ਦੀ ਸੋਝੀ ਪ੍ਰਦਾਨ ਕਰਦਾ ਹੈ। ਜੇ ਕਿਸੇ ਨੇ ਉਸ ਨਿਰਾਕਾਰ ਸਰੂਪ ਦੇ ਬਾਰੇ ਜਾਣਨਾ ਹੋਵੇ, ਜਿਸ ਦੀ ਬਾਬਤ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ, ਚੱਕਰ ਚਿਹਨ ਅਰ ਬਾਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਯਾਰ ਰੇਖ ਭੇਖ, ਕਉ ਕਹਿ ਨਾ ਸਕਤ ਕੇਹ, ਤੇ ਉਹਨੂੰ ਗੁਰਮਤਿ ਦੁਆਰਾ ਹੀ ਸਮਝਿਆ ਜਾ ਸਕਦਾ ਹੈ। ਸਭ ਏਕਾ ਜੋਤ ਜਾਣੇ ਜੇ ਕੋਈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਮੁਖੋ, ਜਿਤਨੇ ਵੀ ਰੰਗ ਰੂਪ ਹਨ, ਜਿਤਨੇ ਵੀ ਜੀਵ ਨੇ, ਜਿੰਨੇ ਵੀ ਸਰੀਰ ਨੇ, ਉਹਨਾਂ ਸਾਰਿਆਂ ਦੇ ਅੰਦਰ ਹੀ ਇੱਕ ਵਾਹਿਗੁਰੂ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਜਾਣੇ ਜੇ ਕੋਈ, ਤੇ ਜੇ ਭਾਈ ਕੋਈ ਉਸ ਜੋਤ ਨੂੰ ਜਾਣ ਲਵੇ ਤੇ ਫਿਰ ਉਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਹੋ ਸਕਦੇ ਹਨ। ਸਤਿਗੁਰ ਸੇਵਿਐ ਪ੍ਰਗਟ ਹੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦੀ ਸੇਵਾ ਕਰਨ ਦੇ ਨਾਲ ਉਹ ਜਿਹੜੀ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਸ ਰਹੀ ਹੈ ਨਾ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ,
ਤੇ ਫਿਰ ਉਹ ਪ੍ਰਗਟ ਹੋਈ ਭਾਈ ਪ੍ਰਗਟ ਹੋ ਜਾਂਦੀ ਹੈ। ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੀ ਜੋਤ ਕਿਧਰੇ ਗੁਪਤ ਰੂਪ ਹੋ ਕੇ ਤੇ ਕਿਧਰੇ ਪ੍ਰਗਟ ਰੂਪ ਹੋ ਕੇ ਸਭ ਥਾਵਾਂ ਤੇ ਵਰਤ ਰਹੀ ਹੈ। ਇਹਦਾ ਮਤਲਬ ਇਹ ਹੈ ਗੁਰਮੁਖਾਂ ਦੇ ਅੰਦਰ ਉਹ ਜੋਤ ਪ੍ਰਗਟ ਹੋ ਜਾਂਦੀ ਹੈ ਤੇ ਮਨਮੁਖਾਂ ਦੇ ਅੰਦਰ ਉਹ ਗੁਪਤ ਰਹਿੰਦੀ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਧਰਤੀ ਦੇ ਹੇਠਾਂ ਪਾਣੀ ਹੈ ਤੇ ਕਿਧਰੇ ਪਾਣੀ ਪ੍ਰਗਟ ਵੀ ਹੋ ਜਾਂਦਾ ਹੈ। ਜਿੱਥੇ ਕੋਈ ਖੂਹ ਲੱਗ ਜਾਵੇ, ਟਿਊਬਵੈਲ ਲੱਗ ਜਾਵੇ, ਉੱਥੇ ਪਾਣੀ ਹੇਠੋਂ ਨਿਕਲ ਆਉਂਦਾ ਤੇ ਜਿੱਥੇ ਨਹੀਂ ਕੋਈ ਇੰਤਜ਼ਾਮ ਹੁੰਦਾ ਉੱਥੇ ਪਾਣੀ ਗੁਪਤ ਰਹਿੰਦਾ। ਇਸੇ ਤਰ੍ਹਾਂ ਵਾਹਿਗੁਰੂ ਦੀ ਜੋਤ ਕਿਧਰੇ ਗੁਪਤ ਕਿਧਰੇ ਪ੍ਰਗਟ ਹੋ ਕੇ ਵਰਤ ਰਹੀ ਹੈ, ਪਰ ਹੈ ਸਾਰੇ ਥਾਵਾਂ ਤੇ। ਜੋਤੀ ਜੋਤ ਮਿਲਾਵਣਿਆ, ਹਜ਼ੂਰ ਕਹਿੰਦੇ ਭਾਈ ਉਹ ਵਾਹਿਗੁਰੂ ਜਿਹੜੀ ਆਪਣੀ ਜੋਤ ਵਿੱਚ ਤੇ ਜਿਹੜੀ ਗੁਰਮੁਖ ਦੀ ਜੋਤ ਆਤਮਕ ਜੋਤੀ ਹੈ ਉਹਨੂੰ ਆਪਣੀ ਜੋਤ ਵਿੱਚ ਮਿਲਾ ਲੈਂਦਾ ਹੈ। ਤਿਸਨਾ ਆਗਨ ਜਲੈ ਸੰਸਾਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਤਨਾ ਵੀ ਸੰਸਾਰ ਹੈ ਇਹ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ। ਸਹਿਸ ਘਟੇ ਲੱਖ ਕੋ ਉਠਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨ ਤ੍ਰਿਪਤਾਵੈ ਖਪ ਖਪ ਮਰੈ। ਇਹ ਤ੍ਰਿਸ਼ਨਾ ਐਸੀ ਅੱਗ ਹੈ ਵਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਈ, ਜਿਉ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਜਪਜੀ ਸਾਹਿਬ ਬਾਣੀ ਵਿੱਚ ਵੀ ਸਤਿਗੁਰੂ ਨੇ ਫਰਮਾਇਆ ਸੀ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਭੁੱਖਿਆਂ ਦੀ ਭੁੱਖ ਨਹੀਂ ਉਤਰ ਸਕਦੀ ਜੇ ਸਾਰੀਆਂ ਪੁਰੀਆਂ ਦੇ ਪਾਰ ਬੰਨ ਕੇ ਵੀ ਉਹਨਾਂ ਦੇ ਮੂਹਰੇ ਲਿਆ ਕੇ ਰੱਖ ਦਿਓ। ਹਜ਼ੂਰ ਕਹਿੰਦੇ ਨੇ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ। ਲੋਭ ਅਭਿਮਾਨ ਬਹੁਤ ਅਹੰਕਾਰਾ। ਇੱਥੇ ਹੀ ਬਸ ਨਹੀਂ ਤੇ ਫਿਰ ਨਾਲ ਲੋਭ ਵੀ ਹੈ ਤੇ ਅਭਿਮਾਨ ਘਮੰਡ ਵੀ ਹੈ ਤੇ ਬਹੁਤਾ ਹੰਕਾਰ ਵੀ ਹੈ। ਤ੍ਰਿਸ਼ਨਾ ਦੀ ਵੀ ਅੱਗ ਹੈ, ਲੋਭ ਦੀ ਵੀ ਅੱਗ ਹੈ ਤੇ ਅਭਿਮਾਨ ਦਾ ਅਰਥ ਹੈ ਜਿਹੜਾ ਸਾਡੇ ਹਿਰਦੇ ਵਿੱਚ ਹੰਕਾਰ ਹੈ, ਇਹਨੂੰ ਅਭਿਮਾਨ ਕਹਿੰਦੇ ਨੇ। ਤੇ ਜਿਹੜਾ ਬਾਹਰ ਕਿਸੇ ਗੁਣ ਦਾ ਪਦਵੀ ਦਾ ਹੰਕਾਰ ਹੁੰਦਾ ਹੈ ਤੇ ਉਹਨੂੰ ਵੀ ਹੰਕਾਰ ਸ਼ਬਦ ਨਾਲ ਸੰਬੋਧਨ ਕੀਤਾ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਲੋਭ ਹੈ ਤੇ ਆਪਣੇ ਗੁਣਾਂ ਦਾ ਅਭਿਮਾਨ ਹੈ ਤੇ ਕਿਸੇ ਪਦਵੀ ਦਾ ਹੰਕਾਰ ਹੈ, ਇਹ ਵੀ ਬਹੁਤ ਭਿਆਨਕ ਅਗਨੀ ਹੈ। ਮਰ ਮਰ ਜਨਮੈ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾਵਣਿਆ। ਮਰ ਮਰ ਜਨਮੈ ਪਤ ਗਵਾਏ ਆਪਣੀ, ਇੱਥੇ ਵਿਸਰਾਮ ਲਾਉਣਾ। ਮਰ ਮਰ ਜਨਮੈ ਪਤ ਗਵਾਏ ਆਪਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਇਹ ਸੰਸਾਰ ਹੈ ਮਰ ਮਰ ਜਨਮੈ ਪਤ ਗਵਾਏ ਆਪਣੀ, ਇਹ ਮਰ ਮਰ ਕੇ ਜੰਮਦਾ ਹੈ ਤੇ ਜੰਮ ਕੇ ਫੇਰ ਮਰਦਾ ਹੈ। ਆਪਣੀ ਪਤ ਨੂੰ ਇਸ ਤਰ੍ਹਾਂ ਗਵਾ ਲੈਂਦਾ। ਜਿਹੜਾ ਬਾਰ ਬਾਰ ਜੰਮਦਾ ਮਰਦਾ ਰਵੇ ਉਹਦੀ ਇੱਜ਼ਤ ਕਦੋਂ ਮਹਿਫੂਜ਼ ਰਹਿ ਸਕਦੀ ਹੈ। ਬਿਰਥਾ ਜਨਮ ਗਵਾਵਣਿਆ, ਉਹ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਐਵੇਂ ਬਿਅਰਥ ਗਵਾ ਲੈਂਦਾ ਹੈ। ਇਸੇ ਲਈ ਬਾਰ ਬਾਰ ਫਿਰ ਉਹਨੂੰ ਜੰਮਣਾ ਮਰਨਾ ਪੈਂਦਾ ਹੈ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰੂ ਕਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਉਹਨੂੰ ਕੋਈ ਵਿਰਲਾ ਹੀ ਸਮਝਦਾ ਹੈ। ਆਪ ਮਾਰੇ ਤਾਂ ਤ੍ਰੈ ਭਵਨ ਸੂਝੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰੂ ਸ਼ਬਦ ਦਾ ਅਭਿਆਸ ਕਰਕੇ ਆਪ ਮਾਰੇ, ਆਪਣੇ ਹੰਕਾਰ ਨੂੰ ਮਾਰ ਦੇਵੇ, ਆਪਣੇ ਆਪੇ ਨੂੰ ਅਭਾਵ ਕਰ ਦੇਵੇ, ਤ੍ਰਿਭਵਨ ਸੂਝੈ, ਤੇ ਫਿਰ ਤਿੰਨੇ ਭਵਨਾਂ ਦੇ ਵਿੱਚ ਹੀ ਵਾਹਿਗੁਰੂ ਦੀ ਜੋਤ ਉਸ ਨੂੰ ਨਜ਼ਰ ਆਉਣ ਲੱਗ ਜਾਂਦੀ ਹੈ। ਫਿਰ ਉਹ ਮਰੈ ਨਾ ਮਰਣਾ ਹੋਵੇ, ਸਹਜੇ ਸੱਚ ਸਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹ ਕਦੀ ਮਰਦਾ ਵੀ ਨਹੀਂ ਹੈ ਤੇ ਨਾ ਮਰਨਾ ਹੋਵੇ, ਤੇ ਨਾ ਹੀ ਕਦੇ ਮਰਨਾ ਉਹਦੇ ਨੇੜੇ ਆਉਂਦਾ ਹੀ ਹੈ। ਨਾ ਉਹ ਕਦੀ ਮਰਦਾ ਹੈ ਤੇ ਨਾ ਹੀ ਕਦੇ ਫਿਰ ਉਹਦਾ ਮਰਨਾ ਹੋਵੇਗਾ। ਸਹਜੇ ਸੱਚ ਸਮਾਵਣਿਆ, ਕਿਉਂਕਿ ਉਹ ਤੇ ਸਹਜੇ ਸਹਜੇ ਸਿਮਰਨ ਕਰਦਾ ਹੋਇਆ ਉਸ ਵਾਹਿਗੁਰੂ ਪਰਮੇਸ਼ਰ ਦਾ
ਚਿੰਤਨ ਕਰਦਾ ਹੋਇਆ ਸੱਚ ਸਮਾਵਣਿਆ ਉਹ ਸੱਚ ਸਰੂਪ ਦੇ ਵਿੱਚ ਅਭੇਦ ਹੋ ਜਾਂਦਾ ਹੈ। ਮਾਇਆ ਮਹਿ ਫਿਰ ਚਿਤ ਨ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਗੁਰ ਕੈ ਸ਼ਬਦ ਸਦ ਰਹਿ ਸਮਾਏ। 99 ਕਰਕੇ ਅਰਥ ਲੱਗੇਗਾ, ਉਹ ਫਿਰ ਗੁਰੂ ਕੇ ਸ਼ਬਦ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਲੀਨ ਹੋਇਆ ਰਹਿੰਦਾ। ਉਹਦਾ ਮਨ ਅਠੇ ਪਹਿਰ ਇਕਤਾ ਲਿਵੈ, ਮੰਨੇਨ ਹੁਕਮ ਅਪਾਰ, ਮਾਇਆ ਮੈਂ ਫਿਰ ਚਿਤ ਨਾ ਲਾਏ। ਤੇ ਉਹ ਗੁਰਮੁਖ ਜਨ ਫਿਰ ਮਾਇਆ ਦੇ ਵਿੱਚ ਆਪਣੇ ਚਿੱਤ ਨੂੰ ਨਹੀਂ ਲਾਉਂਦਾ, ਮਾਇਆ ਵਿੱਚ ਉਹ ਆਪਣੇ ਚਿੱਤ ਨੂੰ ਨਹੀਂ ਜੋੜਦਾ, ਕਿਉਂਕਿ ਸਾਡੇ ਮਨ ਦਾ ਸੁਭਾਅ ਹੈ ਇਹਨੂੰ ਇੱਕ ਪਾਸੇ ਹੀ ਲਾਇਆ ਜਾ ਸਕਦਾ। ਚਾਹੇ ਤੁਸੀਂ ਇਹਨੂੰ ਦੁਨੀਆ ਦੇ ਨਾਲ, ਮਾਇਆ ਦੇ ਨਾਲ ਜੋੜ ਲਵੋ, ਤੇ ਚਾਹੇ ਨਾਮ ਦੇ ਨਾਲ ਤੇ ਪਰਮੇਸ਼ਰ ਦੇ ਨਾਲ ਜੋੜ ਲਵੋ। ਇਸੇ ਲਈ ਬੁੱਲੇ ਸ਼ਾਹ ਨੇ ਆਖਿਆ ਸੀ, ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਇੱਕ ਪਾਸੇ ਮਨ ਲੱਗਦਾ ਹੈ। ਹਜ਼ੂਰ ਕਹਿੰਦੇ ਨੇ, ਤੇ ਭਾਈ ਉਹ ਗੁਰਮੁਖ ਮਾਇਆ ਦੇ ਵਿੱਚ ਫਿਰ ਆਪਣੇ ਚਿੱਤ ਨੂੰ ਨਹੀਂ ਜੋੜਦੇ, ਗੁਰੂ ਕੇ ਸ਼ਬਦ ਦੁਆਰਾ ਹਮੇਸ਼ਾ ਵਾਹਿਗੁਰੂ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਹਨ। ਗੁਰ ਕੈ ਸ਼ਬਦ ਸਦ ਰਹਿ ਸਮਾਏ, ਸੱਚ ਸਲਾਹੇ ਸਭ ਘਟ ਅੰਤਰ, ਸੱਚੋ ਸੱਚ ਸੁਹਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਗੁਰਮੁਖ ਹਮੇਸ਼ਾ ਲਈ ਸੱਚ ਨੂੰ ਸਲਾਹੁੰਦੇ ਨੇ। ਉਹ ਸੱਚ ਹੈ ਕਿੱਥੇ? ਸਭ ਘਟ ਅੰਤਰ। ਉਹ ਸਾਰੇ ਘਟ ਜੀਵਾਂ ਦੇ ਵਿੱਚ ਤੇ ਸਾਰੇ ਸਰੀਰਾਂ ਵਿੱਚ ਵਸ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਸੱਚੋ ਸੱਚ ਸੁਹਾਵਣਿਆ। ਉਹ ਗੁਰਮੁਖ ਉਹ ਸੱਚੇ ਵਾਹਿਗੁਰੂ ਦਾ ਨਾਮ ਜਪਦੇ ਹਨ ਤੇ ਸੱਚੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ। ਇਸੇ ਲਈ ਸੁਹਾਵਣਿਆ ਉਹਨਾਂ ਦਾ ਜੀਵਨ ਸੁਹਾਵਣਾ ਬਣ ਜਾਂਦਾ ਹੈ। ਸੱਚ ਸਲਾਹੀ ਸਦਾ ਹਜੂਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਸੱਚ ਨੂੰ ਸਲਾਹੁੰਦੇ ਨੇ। ਸੱਚ ਕੀ ਹੈ? ਪਰਮਾਤਮਾ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਗੁਰਮੁਖ ਜਨ ਉਸ ਨੂੰ ਸਲਾਹੁੰਦੇ ਨੇ ਤੇ ਸਦਾ ਹਜੂਰੇ, ਉਹਨੂੰ ਹਮੇਸ਼ਾ ਲਈ ਹਾਜ਼ਰ ਨਾਜ਼ਰ ਵੀ ਸਮਝਦੇ ਹਨ। ਗੁਰ ਕੈ ਸ਼ਬਦ ਰਹਿਆ ਭਰਪੂਰੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਉਹਨਾਂ ਨੂੰ ਦਿਸ ਪੈਂਦਾ ਹੈ। ਇਸੇ ਲਈ ਉਹ ਉਸ ਨੂੰ ਹਾਜ਼ਰ ਨਾਜ਼ਰ ਸਮਝ ਕੇ ਹਮੇਸ਼ਾ ਲਈ ਉਸ ਨੂੰ ਸਲਾਹੁੰਦੇ ਹਨ। ਗੁਰ ਪ੍ਰਸਾਦੀ ਸਚ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਸੱਚ ਭਾਵ ਅਕਾਲ ਪੁਰਖ ਵਾਹਿਗੁਰੂ ਨਿਗਾਹ ਵਿੱਚ ਆਉਂਦਾ ਹੈ। ਸੱਚੇ ਹੀ ਸੁਖ ਪਾਵਣਿਆ, ਤੇ ਫਿਰ ਉਹ ਸੱਚੇ ਵਾਹਿਗੁਰੂ ਦੇ ਨਾਮ ਦਾ ਸਦਕਾ ਹੀ ਤੇ ਗੁਰਮੁਖ ਆਤਮਕ ਸੁਖ ਨੂੰ, ਸदैवी ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ। ਸੱਚ ਮਨ ਅੰਦਰ ਰਹਾ ਸਮਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜਾ ਸੱਚ ਰੂਪ ਪਰਮਾਤਮਾ ਹੈ, ਉਹਨਾਂ ਗੁਰਮੁਖਾਂ ਦੇ ਮਨ ਦੇ ਅੰਦਰ ਹੀ ਸਮਾ ਰਿਹਾ ਹੈ। ਸਦਾ ਸੱਚ ਨਿਹਚਲ ਆਵੇ ਨਾ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਸਦਾ ਸੱਚ ਸਰੂਪ ਹੈ ਤੇ ਨਿਹਚਲ ਅਚਲ ਰਹਿਣ ਵਾਲਾ ਹੈ। ਆਵੇ ਨਾ ਜਾਏ, ਨਾ ਕਦੀ ਉਹ ਆਉਂਦਾ ਹੈ ਤੇ ਨਾ ਹੀ ਕਦੀ ਮਰ ਕੇ ਜਾਂਦਾ ਹੈ। ਸੱਚੇ ਲਾਗੈ ਸੋ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਗੁਰਮਤ ਨੂੰ ਧਾਰਨ ਕਰਕੇ ਸੱਚੇ ਲਾਗੈ, ਉਹ ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ। ਸੋ ਮਨ ਨਿਰਮਲ ਪਾਈ, ਉਹ ਮਨ ਵੀ ਨਿਰਮਲ ਹੋ ਜਾਂਦੇ ਨੇ। ਜਿਹੜੇ ਗੁਰਮਤ ਨੂੰ ਧਾਰਨ ਕਰਕੇ ਸੱਚੇ ਨਾਮ ਦੇ ਨਾਲ ਲੱਗ ਜਾਂਦੇ ਨੇ, ਸੱਚੇ ਨਾਮ ਨਾਲ ਜੁੜ ਜਾਂਦੇ ਨੇ, ਤੇ ਉਹ ਮਨ ਨਿਰਮਲ ਹੋ ਜਾਂਦੇ ਨੇ ਤੇ ਸੱਚ ਸਮਾਵਣਿਆ, ਤੇ ਭਾਈ ਫਿਰ ਉਹ ਅੱਗੇ ਸੱਚ ਰੂਪ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੇ ਹਨ। ਸੱਚ ਸਾਲਾਹੀ ਅਵਰ ਨ ਕੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਜਨ ਸੱਚ ਨੂੰ ਸਲਾਹੁੰਦੇ ਨੇ, ਭਾਵ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ,
ਉਸ ਤੋਂ ਬਿਨਾ ਹੋਰ ਕੋਈ ਕਿਸੇ ਦੀ ਕੋਈ ਉਹ ਗੱਲਬਾਤ ਨਹੀਂ ਕਰਦੇ। ਜਿਤ ਸੇਵੀਐ ਸਦਾ ਸੁਖ ਹੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਕੇ ਤੇ ਉਹਨਾਂ ਨੂੰ ਸदैवी ਸੁਖ ਆਤਮਕ ਸੁਖ ਪ੍ਰਾਪਤ ਹੋ ਜਾਂਦਾ ਹੈ। ਨਾਨਕ ਨਾਮ ਰਤੇ ਵਿਚਾਰੀ ਸਚੋ ਸਚ ਕਮਾਵਣਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੇ ਵਿਚਾਰਵਾਨ ਗੁਰਮੁਖ ਪਿਆਰੇ ਹਨ, ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਤੇ ਸੱਚੋ ਸੱਚ ਕਮਾਵਣਿਆ, ਉਹ ਸੱਚ ਹੀ ਸੱਚ ਨੂੰ ਭਾਵ ਨਿਰੋਲ ਸੱਚੇ ਨਾਮ ਨੂੰ ਹੀ ਕਮਾਉਂਦੇ ਨੇ ਤੇ ਨਾਮ ਦੀ ਹੀ ਹਮੇਸ਼ਾ ਲਈ ਕਮਾਈ ਕਰਦੇ ਹਨ। ਆਜ ਮਹਲਾ ਤੀਜਾ। ਨਿਰਮਲ ਸ਼ਬਦ ਨਿਰਮਲ ਹੈ ਬਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਨਾਂ ਗੁਰਮੁਖਾਂ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੋਹਣੋ ਤਿਸਾ ਮਿਟਾਵਣਿਆ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਐ ਪਿਆਰੇ ਜੀਓ, ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਣਾ ਹਾਂ ਜੋ ਸੁਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਨੇ। ਹਰ ਨਿਰਮਲ ਉਹ ਵਾਹਿਗੁਰੂ ਮਹਾਨ ਨਿਰਮਲ ਪਵਿੱਤਰ ਸਰੂਪ ਹੈ। ਗੁਰ ਸ਼ਬਦ ਸਲਾਹੀ ਉਹ ਗੁਰੂ ਕੇ ਸ਼ਬਦ ਦੁਆਰਾ ਉਸ ਦੀ ਸਿਫਤ ਸਲਾਹਤ ਕਰਦੇ ਹਨ। ਸ਼ਬਦੋ ਸੁਣ ਤਿਸਾ ਮਿਟਾਵਣਿਆ, ਭਾਈ ਉਹ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਉਹਦੇ ਜਸ ਨੂੰ ਸੁਣ ਕੇ ਤਿਸਾ ਮਿਟਾਵਣਿਆ, ਜਿਹੜੀ ਤ੍ਰਿਸ਼ਨਾ ਦੀ ਤ੍ਰਿਖਾ ਹੈ ਤੇ ਜਿਹੜੀ ਹੋਰ ਕੋਈ ਪਦਾਰਥਾਂ ਦੀ ਕੋਈ ਰੂਪ ਰੰਗਾਂ ਦੀ ਭੁੱਖ ਹੈ ਉਹਨੂੰ ਮਿਟਾ ਦਿੰਦੇ ਨੇ। ਐਸੀ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗੁਆਈਆਂ, ਉਹਨਾਂ ਦੀਆਂ ਸਾਰੀਆਂ ਹੀ ਭੁੱਖਾਂ ਮਿਟ ਜਾਂਦੀਆਂ ਨੇ। ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ। ਹਜ਼ੂਰ ਕਹਿੰਦੇ ਨਿਰਮਲ ਸ਼ਬਦ ਨਿਰਮਲ ਹੈ ਬਾਣੀ। ਭਾਈ ਜਿਹੜਾ ਗੁਰੂ ਦਾ ਉਪਦੇਸ਼ ਹੈ ਉਹ ਵੀ ਮਹਾਨ ਨਿਰਮਲ ਹੈ ਤੇ ਜਿਹੜੀ ਸਤਿਗੁਰੂ ਦੀ ਪਵਿੱਤਰ ਬਾਣੀ ਇਹ ਵੀ ਮਹਾਨ ਨਿਰਮਲ ਹੈ। ਨਿਰਮਲ 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 ਤੇਰੀ ਬਾਣੀ, ਘਟ ਘਟ ਸੁਣੀ ਸ਼ਰਵਣ ਬਖਿਆਣੀ। ਇਹ ਜਿਹੜਾ ਗੁਰੂ ਦਾ ਉਪਦੇਸ਼ ਵੀ ਨਿਰਮਲ ਹੈ ਤੇ ਜਿਹੜੀ ਸਤਿਗੁਰੂ ਦੀ ਬਾਣੀ ਇਹ ਵੀ ਭਾਈ ਮਹਾਨ ਨਿਰਮਲ ਹੈ। ਨਿਰਮਲ ਜੋਤ ਸਭ ਮਾਹੇ ਸਮਾਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜਿਹੜੀ ਚੇਤਨ ਸੱਤਾ ਹੈ ਉਹ ਵੀ ਮਹਾਨ ਨਿਰਮਲ ਹੈ। ਸਭ ਮਾਹੇ ਸਮਾਣੀ, ਉਸ ਵਾਹਿਗੁਰੂ ਦੀ ਜੋਤ ਭਾਈ ਸਾਰਿਆਂ ਦੇ ਵਿੱਚ ਹੀ ਸਮਾ ਰਹੀ ਹੈ, ਸਾਰਿਆਂ ਵਿੱਚ ਵਸ ਰਹੀ ਹੈ। ਜ਼ਮੀਨ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਹਿ ਘਾਟ ਹੈ ਨਹਿ ਬਾੜ ਹੈ, ਨਹਿ ਘਾਟ ਬਾੜ ਹੋਤ ਹੈ। ਜਿਹੜੀ ਐਸੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਖੰਡ ਜੋਤ ਉਹ ਵੀ ਮਹਾਨ ਨਿਰਮਲ ਹੈ। ਨਿਰਮਲ ਬਾਣੀ ਹਰ ਸਾਲਾਹੀ ਜਪ, ਹਰ ਨਿਰਮਲ ਮੈਲ ਗਵਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਿਰਮਲ ਬਾਣੀ ਗੁਰਮੁਖ ਨਿਰਮਲ ਪਵਿੱਤਰ ਬਾਣੀ ਦੁਆਰਾ ਹਰ ਸਾਲਾਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ। ਜਪ ਹਰ ਨਿਰਮਲ ਮੈਲ ਗਵਾਵਣਿਆ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਿਰਮਲ ਨਾਮ ਨੂੰ ਜਪ ਕੇ ਮੈਲ ਗਵਾਵਣਿਆ, ਜਿਹੜੀ ਉਹਨਾਂ ਦੇ ਮਨ ਨੂੰ ਹਉਮੈ ਦੀ ਪਾਪਾਂ ਦੀ ਮੈਲ ਲੱਗੀ ਹੋਈ ਹੈ ਉਸ ਨੂੰ ਉਹ ਗਵਾ ਲੈਂਦੇ ਨੇ। ਕਿਉਂਕਿ ਨਾਮ ਹੀ ਹੈ ਜੋ ਸਾਡੇ ਅੰਦਰਲੀ ਮੈਲ ਨੂੰ ਧੋ ਸਕਦਾ ਹੈ। ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ। ਰਹਾਉ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਮਨ ਬਾਣੀ ਸਰੀਰ ਕਰਕੇ ਉਸ ਤੋਂ ਬਲਿਹਾਰ ਜਾਂਦੇ ਹਾਂ ਜੋ ਸੁੱਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦਾ। ਉਹ ਵਾਹਿਗੁਰੂ ਮਹਾਨ ਨਿਰਮਲ ਹੈ। ਗੁਰੂ ਕੇ ਸ਼ਬਦ ਦੁਆਰਾ ਜਿਹੜਾ ਉਸ ਨੂੰ ਸਲਾਹੁੰਦਾ ਹੈ ਉਹ ਵੀ ਨਿਰਮਲ ਹੋ ਜਾਂਦਾ ਹੈ। ਸ਼ਬਦੋ ਸੁਣ ਤਿਸਾ ਮਿਟਾਵਣਿਆ, ਤੇ ਭਾਈ ਉਹ ਗੁਰੂ ਸ਼ਬਦ ਨੂੰ ਸੁਣ ਕੇ ਜਿਹੜੀ ਤ੍ਰਿਸ਼ਨਾ ਦੀ ਤ੍ਰਿਖਾ ਪਿਆਸ ਲੱਗੀ ਹੋਈ ਹੈ ਔਰ ਉਸ ਨੂੰ ਉਹ ਮਿਟਾ ਲੈਂਦਾ ਹੈ।
ਕਿਉਂਕਿ ਸ਼ਬਦ ਵਿੱਚ ਵੀ ਇੱਕ ਅੰਮ੍ਰਿਤ ਰਸ ਹੈ। ਅੰਮ੍ਰਿਤ ਬਾਣੀ ਅੰਮ੍ਰਿਤ ਰਸ ਅੰਮ੍ਰਿਤ ਹਰਿ ਕਾ ਨਾਮ। ਉਹ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਕੇ ਸ਼ਬਦੋ ਸੁਣ, ਕਿਉਂਕਿ ਉਹ ਸੁਣ ਕੇ ਹੀ ਪ੍ਰਾਪਤ ਹੁੰਦਾ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਇਹ ਸ਼ਬਦ ਦੀ ਵਿਚਾਰ ਦੁਆਰਾ ਵੀ ਉਹ ਸ਼ਬਦ ਦਾ ਅੰਮ੍ਰਿਤ ਸਾਨੂੰ ਪ੍ਰਾਪਤ ਹੁੰਦਾ ਹੈ, ਜਿਸ ਨੂੰ ਗ੍ਰਹਿਣ ਕਰਕੇ ਗੁਰਮੁਖ ਆਪਣੇ ਅੰਦਰੋਂ ਤ੍ਰਿਸ਼ਨਾ ਨੂੰ ਮਿਟਾ ਦਿੰਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਨਿਰਮਲ ਨਾਮ ਵਸਿਆ ਮਨ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਔਰ ਉਹਦੇ ਮਨ ਦੇ ਵਿੱਚ ਆ ਕੇ ਵਾਹਿਗੁਰੂ ਦਾ ਨਿਰਮਲ ਨਾਮ ਵਸ ਗਿਆ ਹੈ। ਮਨ ਤਨ ਨਿਰਮਲ ਮਾਇਆ ਮੋਹ ਗਵਾਏ। ਉਹਦੇ ਮਨ ਦੇ ਵਿੱਚ ਕਿਵੇਂ ਆ ਕੇ ਜਾਂ ਕਿਉਂ ਆ ਕੇ ਨਾਮ ਵਸਿਆ ਹੈ? ਹਜ਼ੂਰ ਕਹਿੰਦੇ ਭਾਈ ਉਹਦਾ ਮਨ ਵੀ ਤੇ ਤਨ ਵੀ ਨਿਰਮਲ ਹੋ ਗਿਆ। ਕਿਵੇਂ? ਮਾਇਆ ਮੋਹ ਗਵਾਏ। ਉਸਨੇ ਮਾਇਆ ਦੇ ਮੋਹ ਨੂੰ ਗਵਾ ਦਿੱਤਾ, ਤੇ ਜਦੋਂ ਉਸਦਾ ਮਨ ਨਿਰਮਲ ਹੋ ਗਿਆ ਤੇ ਉਸ ਨਿਰਮਲ ਮਨ ਦੇ ਵਿੱਚ ਹੀ ਆ ਕੇ ਵਾਹਿਗੁਰੂ ਦਾ ਨਾਮ ਵਸਿਆ ਹੈ। ਨਿਰਮਲ ਗੁਣ ਗਾਵੇ ਨਿਤ ਸਾਚੇ ਕੇ, ਨਿਰਮਲ ਨਾਦ ਵਜਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸੱਚੇ ਤੇ ਨਿਰਮਲ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਉਹ ਹਮੇਸ਼ਾ ਲਈ ਗਾਉਂਦਾ ਹੈ। ਉਹ ਗੁਰਮੁਖ ਵਿਅਕਤੀ ਜਿਹਦੇ ਹਿਰਦੇ ਵਿੱਚ ਆ ਕੇ ਨਾਮ ਵਸ ਜਾਂਦਾ ਹੈ, ਨਿਰਮਲ ਗੁਣ ਗਾਵੇ ਨਿਤ ਸਾਚੇ ਕੀ, ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਿਰਮਲ ਗੁਣਾਂ ਨੂੰ ਗਾਉਂਦਾ ਹੈ। ਨਿਰਮਲ ਨਾਦ ਵਜਾਵਣਿਆ, ਤੇ ਇਹਦੇ ਨਾਲ ਹੀ ਜਿਹੜੀ ਨਿਰਮਲ ਪਵਿੱਤਰ ਸੰਗੀਤ ਦੀ ਧੁਨ ਹੈ ਨਾਲ ਉਹਨੂੰ ਵੀ ਵਜਾਉਂਦਾ। ਭਾਵ ਬੜੀ ਸੋਹਣੀ ਸੰਗੀਤ ਦੀ ਧੁਨ ਵਜਾ ਕੇ ਤੇ ਉਹ ਸੱਚੇ ਵਾਹਿਗੁਰੂ ਦੇ ਨਿਰਮਲ ਗੁਣਾਂ ਨੂੰ ਗਾਉਂਦਾ ਹੈ। ਭਾਵ ਗੁਰਬਾਣੀ ਦੁਆਰਾ ਤੇ ਗੁਰਬਾਣੀ ਦੀ ਸੰਗੀਤ ਦੁਆਰਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਨਾਮ ਦਾ ਪਵਿੱਤਰ ਅੰਮ੍ਰਿਤ ਹੈ, ਇਹ ਅਸਾਂ ਗੁਰ ਤੇ ਪਾਇਆ, ਗੁਰੂ ਦੇ ਪਾਸੋਂ ਪ੍ਰਾਪਤ ਕੀਤਾ ਹੈ। ਵਿੱਚੋਂ ਆਪ ਮੁਆ ਤਿਥੈ ਮੋਹ ਨ ਮਾਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਇਹ ਨਾਮ ਅੰਮ੍ਰਿਤ ਆ ਕੇ ਟਿਕ ਜਾਂਦਾ ਹੈ, ਵਿੱਚੋਂ ਆਪ ਮੁਆ, ਉੱਥੇ ਵਿੱਚੋਂ ਆਪਾ ਭਾਵ ਹੰਕਾਰ ਮਰ ਜਾਂਦਾ ਹੈ।